ਕਬੀਰ ਰੋੜਾ ਹੋਏ ਰਹੋ ਬਾਟਕਾ, ਤਾਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ, ਤਾਹੇ ਮਿਲੈ ਭਗਵਾਨ। ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਹਰ ਜਨ ਐਸਾ ਚਾਹੀਐ, ਜਿਉ ਧਰਨੀ ਮਹਿ। ਕਬੀਰ ਖੇਹੇ ਹੁਈ ਤੋ ਕਿਆ ਭਇਆ, ਜੋ ਉੱਡ ਉੱਡ ਲਾਗੈ ਅੰਗ। ਹਰ ਜਨ ਐਸਾ ਚਾਹੀਐ, ਜਿਉ ਪਾਣੀ ਸਰਬੰਗ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸ਼ੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਇ। ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਬਾਇਐ ਜਗ। ਉੱਚੈ ਚੜ੍ਹ ਕੇ ਦੇਖਿਆ, ਤਾਂ ਘਰ ਘਰ ਇਹਾ ਅਗ। ਬੁੱਢਾ ਹੁਆ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਜੇ 100 ਵਰਿਆਂ ਜੀਵਣਾ, ਭੀ ਤਨ ਹੋਸੀ ਖੇਹ। ਕਬੀਰ ਕੌਡੀ ਕੌਡੀ ਜੁਰ ਕੈ, ਜੋਰੇ ਲਾਖ ਕਰੋੜ। ਚਲਤੀ ਬਾਰ ਨ ਕਛ ਮਿਲਿਓ, ਲਈ ਲੰਗੋਟੀ ਤੋਰ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਝ ਨੋ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੀਲਾ ਮਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਬਸੰਤ ਹਿੰਡੋਲ ਮਹਿਲਾ ਪਹਿਲਾ। ਸਾਚਾ ਸ਼ਾਹ ਗੁਰੂ ਸੁਖ ਦਾਤਾ, ਹਰ ਮੇਲੇ ਭੁਖ ਗਵਾਏ। ਕਰ ਕਿਰਪਾ ਹਰ ਭਗਤ ਦ੍ਰਿੜਾਏ। ਆਨ ਦਿਨ ਹਰ ਗੁਣ ਗਾਏ। ਸਾਚਾ ਸ਼ਾਹ ਗੁਰੂ ਸੁਖ ਦਾਤਾ, ਹਰ ਮੇਲੇ ਭੁਖ ਗਵਾਏ। ਕਰ ਕਿਰਪਾ ਹਰ ਭਗਤ ਦ੍ਰਿੜਾਏ। ਆਨ ਦਿਨ ਹਰ ਗੁਣ ਗਾਏ। ਮਤ ਭੁਲੈ ਰੇ ਮਨ ਚੇਤ ਹਰੀ। ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ। ਗੁਰਮੁਖ ਪਾਈਐ ਨਾਮ ਹਰੀ ਰਹਾਉ। ਬਿਨ ਭਗਤੀ ਨਹੀਂ ਸਤਿਗੁਰ ਪਾਈਐ। ਬਿਨ ਭਾਗਾ ਨਹੀਂ ਭਗਤ ਹਰੀ। ਬਿਨ ਭਾਗਾ ਸਤ ਸੰਗ ਨ ਪਾਈਐ। ਕਰਮ ਮਿਲੈ ਹਰ ਨਾਮ ਹਰੀ। ਘਟ ਘਟ ਗੁਪਤ ਉਪਾਇ ਵੇਖੈ। ਪ੍ਰਗਟ ਗੁਰਮੁਖ ਸੰਤ ਜਨਾ। ਹਰ ਹਰ ਕਰੈ ਸੋ ਹਰ ਰੰਗ ਪੀਨੇ। ਹਾਰ ਜਲ ਅੰਮ੍ਰਿਤ ਨਾਮ ਮਨਾ। ਜਿਨ ਕੋ ਤਖਤ ਮਿਲੈ ਵਡਿਆਈ। ਗੁਰਮੁਖ ਸੇ ਪ੍ਰਦਾਨ ਕੀਏ। ਪਾਰਸ ਭੇਟ ਭਏ ਸੇ ਪਾਰਸ। ਨਾਨਕ ਹਰ ਗੁਰ ਸੰਗ ਥੀਏ। ਜਿਨ ਕੋ ਤਖਤ ਮਿਲੈ ਵਡਿਆਈ। ਗੁਰਮੁਖ ਸੇ ਪ੍ਰਦਾਨ ਕੀਏ। ਪਾਰਸ ਭੇਟ ਭਏ ਸੇ ਪਾਰਸ। ਨਾਨਕ ਹਰ ਗੁਰ ਸੰਗ ਥੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ
ਸਨਮਾਨ ਯੋਗ ਜੁਗੋ ਜੁਗ ਅਟਲ। ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਮਨੁੱਖਤਾ ਦੇ ਰਹਿਬਰ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਦੀ ਅਪਾਰ ਕਿਰਪਾ ਅਤੇ ਰਹਿਮਤ ਸਦਕਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਨਿਰੰਤਰ ਚੱਲ ਰਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਅਧੀਨ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਬਸੰਤ ਹਿੰਡੋਲ ਦੇ ਅੰਦਰ ਦਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1171-72 ਦੇ ਉੱਪਰ ਸੁਭਾਈਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਇਹਨਾਂ ਪਾਵਨ ਇਨਕਲਾਬੀ ਵਚਨਾਂ ਦੀ ਵਿਚਾਰ ਨਿਰੋਲ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕਰਵਾ ਲੈ। ਬਖਸ਼ੋ ਅਸੀਸ ਸਰਬੱਤ ਸੰਗਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਜ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਮਤ ਭੁੱਲੈ ਰੇ ਮਨ ਚੇਤ ਹਰੀ। ਹਜ਼ੂਰ ਕਹਿੰਦੇ ਹੇ ਮੇਰੇ ਮਨ ਕਿਤੇ ਤੂੰ ਭੁੱਲ ਨਾ ਜਾਈਂ ਔਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁੱਲ ਨਾ, ਉਹਨੂੰ ਚੇਤੇ ਕਰ, ਯਾਦ ਕਰ। ਫਿਰ ਕਹਿੰਦੇ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ। ਹਜ਼ੂਰ ਕਹਿੰਦੇ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਗੁਰੂ ਤੋਂ ਬਿਨਾ ਮੁਕਤ ਨਹੀਂ ਹੋਇਆ ਜਾਣਾ। ਭਾਵੇਂ ਤੂੰ ਤਿੰਨਾਂ ਲੋਕਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਫਿਰ ਕੇ ਦੇਖ ਲੈ, ਸਾਰੀ ਸ੍ਰਿਸ਼ਟੀ ਤੋਂ ਗਾਹ ਕੇ ਦੇਖ ਲੈ, ਪਰ ਗੁਰੂ ਤੋਂ ਬਿਨਾ ਹਜ਼ੂਰ ਕਹਿੰਦੇ ਮੁਕਤ ਨਹੀਂ ਹੋਇਆ ਜਾਣਾ। ਗੁਰਮੁਖ ਪਾਈਐ ਨਾਮ ਹਰੀ, ਤੇ ਗੁਰੂ ਦੀ ਮੱਤ ਤੇ ਚੱਲ ਕੇ ਹੀ ਪਰਮਾਤਮਾ ਦਾ ਨਾਮ ਜਪਿਆ ਜਾਣਾ ਹੈ। ਗੁਰੂ ਦੀ ਮੱਤ ਤੇ ਚੱਲ ਕੇ ਹੀ ਮੁਕਤ ਹੋਣਾ ਹੈ, ਗੁਰੂ ਦੀ ਮੱਤ ਤੇ ਚੱਲ ਕੇ ਹੀ ਮੁਕਤੀ ਮਿਲਣੀ ਹੈ। ਹਜ਼ੂਰ ਕਿਰਪਾ ਕਰਦੇ ਸੇ ਮੁਕਤ, ਸੇ ਮੁਕਤ, ਉਹ ਮੁਕਤ ਹੋ ਗਏ, ਉਹਨਾਂ ਨੂੰ ਮੁਕਤੀ ਮਿਲ ਗਈ। ਕਿਹਨਾਂ ਨੂੰ? ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਹਰੀ ਨੂੰ ਸਿਮਰਿਆ, ਧਿਆਇਆ, ਆਰਾਧਿਆ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਸਿੱਖ ਧਰਮ ਜਾਂ ਇਤਿਹਾਸ ਪੜ੍ਹਦੇ ਹਾਂ, ਜਿਹੜਾ ਸਿੱਖ ਧਰਮ ਜਾਂ ਗੁਰੂ ਦਾ ਸਿਧਾਂਤ ਹੈ ਇਹ ਕੇਵਲ ਨਗਦ ਵਾਲੀ ਗੱਲ ਹੈ। ਜਿਵੇਂ ਹੋਰ ਧਰਮਾਂ ਦੇ ਲੋਕ ਤੇ ਇਹ ਗੱਲ ਪ੍ਰਚਾਰਦੇ ਵੀ ਤੁਸੀਂ ਦਾਨ ਪੁੰਨ ਕਰੋ ਤੇ ਤੁਹਾਨੂੰ ਮੁਕਤੀ ਮਿਲੇਗੀ।
ਹੋਰ ਧਰਮ ਇਹ ਕਹਿੰਦੇ ਵੀ ਤੁਸੀਂ ਮਰਨ ਤੋਂ ਬਾਅਦ ਮੁਕਤ ਹੋਵੋਗੇ, ਪਰ ਦਾਨ ਪੁੰਨ ਇੱਥੇ ਕਰੋ, ਚੰਗੇ ਕੰਮ ਇੱਥੇ ਕਰੋ ਤੇ ਮੁਕਤੀ ਮਰਨ ਤੋਂ ਬਾਅਦ। ਉਸ ਮੁਕਤੀ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਜਾਣਿਆ, ਕਿਉਂਕਿ ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ। ਗੁਰੂ ਸਾਹਿਬ ਕਹਿੰਦੇ ਵੀ ਕਦੀ ਸਿਆਣਿਆਂ ਤੋਂ ਪੁੱਛੋ ਵੀ ਅੱਗੇ ਜਾ ਕੇ ਕੋਈ ਮਿਲਦਾ ਹੈ। ਕਦੀ ਪਿਤਾ ਨੂੰ ਧੀ ਜਾਂ ਧੀ ਨੂੰ ਪੁੱਤਰ, ਪੁੱਤਰ ਨੂੰ ਭਰਾ, ਕੋਈ ਵੀ ਮਰਨ ਤੋਂ ਬਾਅਦ ਕਿਸੇ ਦਾ ਮਿਲਾਪ ਹੋਇਆ ਨਹੀਂ, ਕਿਉਂਕਿ ਮੁਕਤ ਇੱਥੇ ਹੀ ਸੰਸਾਰ ਦੇ ਵਿੱਚ ਹੋਣਾ ਹੈ। ਅਸੀਂ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ, ਔਰ ਇਹ ਕੇਵਲ ਭਰਮ ਹੈ। ਗੁਰਬਾਣੀ ਨੇ ਮਰਨ ਤੋਂ ਬਾਅਦ ਸਵਰਗ ਤੇ ਨਰਕ ਨੂੰ ਵੀ ਰੱਦ ਕੀਤਾ ਹੈ। ਗੁਰਬਾਣੀ ਨੇ ਮਰਨ ਤੋਂ ਬਾਅਦ ਬੈਕੁੰਠ ਦੀ ਗੱਲ ਕਰਦਿਆਂ ਹੋਇਆਂ ਉਸ ਬੈਕੁੰਠ ਨੂੰ ਵੀ ਰੱਦ ਕੀਤਾ ਹੈ। ਇਸ ਕਰਕੇ ਜਿਉਂਦੇ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ, ਵਹਿਮਾਂ ਭਰਮਾਂ ਪਖੰਡਾਂ ਤੋਂ ਮੁਕਤ ਹੋਣਾ ਹੈ। ਔਰ ਮੁਕਤ ਹੋਣਾ ਹੈ ਜਿਉਂਦੇ ਜੀ। ਜਿਹੜੇ ਗੁਲਾਮੀ ਦੇ ਬੰਧਨ ਪੈ ਚੁੱਕੇ ਨੇ, ਉਹ ਸਰੀਰ ਨੂੰ ਵੀ ਪਏ ਹੋਏ ਨੇ ਤੇ ਮਨ ਨੂੰ ਵੀ ਪਏ ਹੋਏ ਨੇ। ਇਹਨਾਂ ਬੰਧਨਾਂ ਤੋਂ ਜਿਉਂਦੇ ਜੀ ਮੁਕਤ ਹੋਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਅੱਜ ਇਹੀ ਕਿਰਪਾ ਕਰਦੇ ਵੀ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ। ਕਹਿੰਦੇ ਵੀ ਗੁਰੂ ਤੋਂ ਬਿਨਾ ਮੁਕਤ ਨਹੀਂ ਹੋਇਆ ਜਾਣਾ, ਤੇ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਮਾਤਮਾ ਦੇ ਨਾਮ ਨੂੰ ਸਿਮਰ, ਤੇ ਇਹ ਤਰੀਕਾ ਕੇਵਲ ਇੱਥੇ ਜਿਉਂਦੇ ਜੀ ਮੁਕਤ ਹੋਣ ਦਾ। ਵਿਪਰ ਨੇ ਇਹੀ ਭਰਮ ਪਾਇਆ ਹੈ ਕਿ ਤੁਸੀਂ ਦਾਨ ਪੁੰਨ ਕਰੋ ਤੇ ਤੁਹਾਨੂੰ ਜਿਹੜਾ ਸਵਰਗ ਮਿਲ ਜਾਵੇਗਾ। ਮਿਲੇਗਾ ਕਦੋਂ? ਮਰਨ ਤੋਂ ਬਾਅਦ। ਹੁਣ ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏ ਲਾ, ਮੂਏ ਹੋਏ ਜੋ ਮੁਕਤ ਦੇਓਗੇ, ਮੁਕਤ ਨਾ ਜਾਣੇ ਕੋਏ ਲਾ। ਕਹਿੰਦੇ ਇਹ ਜਾਤ ਦਾ ਹੰਕਾਰ ਕਰਨ ਵਾਲਾ ਇੱਕ ਵਿਪਰ, ਇਹ ਮੈਨੂੰ ਨੀਵੀਂ ਜਾਤ ਦਾ ਢੇਡ ਕਹਿ ਕੇ ਮੰਦਰ ਦੇ ਵਿੱਚੋਂ ਭਗਤੀ ਕਰਨ ਦੇ ਵਾਸਤੇ ਗਏ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ। ਹੁਣ ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਇਹ ਪ੍ਰਮਾਤਮਾ ਰੱਬ ਜੀ ਤੁਹਾਡੇ ਭਗਤ ਨੂੰ ਮੰਦਰ ਦੇ ਵਿੱਚੋਂ ਧੱਕੇ ਪੈਣ ਤੇ ਮਰਨ ਤੋਂ ਬਾਅਦ ਲੋਕ ਇਹ ਗੱਲ ਦਾ ਪ੍ਰਚਾਰ ਕਰਨ ਵੀ ਨਾਮਦੇਵ ਨੇ ਨਾਮ ਜਪਿਆ ਸੀ, ਉਹ ਮੁਕਤ ਹੋ ਗਿਆ। ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਜੇਕਰ ਮੈਨੂੰ ਜਿਉਂਦੇ ਜੀ ਮੰਦਰ ਦੇ ਵਿੱਚੋਂ ਧੱਕੇ ਪੈਣ ਤੇ ਮਰਨ ਤੋਂ ਬਾਅਦ ਲੋਕ ਇਹ ਗੱਲ ਦਾ ਪ੍ਰਚਾਰ ਕਰਨ ਵੀ ਨਾਮਦੇਵ ਨੇ ਨਾਮ ਜਪਿਆ ਤੇ ਉਹ ਮੁਕਤ ਹੋ ਗਿਆ। ਹੁਣ ਭਗਤ ਨਾਮਦੇਵ ਸਾਹਿਬ ਕਹਿੰਦੇ ਵੀ ਮਰਨ ਤੋਂ ਬਾਅਦ ਮੁਕਤੀ ਮਿਲੀ ਨੂੰ ਮੈਂ ਨਹੀਂ ਜਾਣਨਾ, ਕਿਉਂਕਿ ਮੈਨੂੰ ਜਿਉਂਦੇ ਜੀ ਮਾਨ ਸਤਿਕਾਰ ਨਹੀਂ ਮਿਲਿਆ। ਜਿਉਂਦੇ ਜੀ ਲੋਕ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਦੇ ਨੇ, ਤੇ ਮਰਨ ਤੋਂ ਬਾਅਦ ਮੁਕਤੀ ਨੂੰ ਕਿਹੜਾ ਮੈਂ ਜਾਣਨਾ ਹੈ। ਇਸ ਕਰਕੇ ਕਹਿੰਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏ ਲਾ, ਮੂਏ ਹੋਏ ਜੋ ਮੁਕਤ ਦੇਓਗੇ, ਮੁਕਤ ਨਾ ਜਾਣਾ ਕੋਈ। ਜੇ ਮਰਨ ਤੋਂ ਬਾਅਦ ਮੁਕਤੀ ਮਿਲੀ ਤੇ ਉਸ ਮੁਕਤੀ ਨੂੰ ਕਿਹੜਾ ਮੈਂ ਜਾਣਨਾ ਹੈ। ਇਸ ਕਰਕੇ ਮੈਨੂੰ ਜਿਉਂਦੇ ਜੀ ਹੀ ਮੁਕਤੀ ਚਾਹੀਦੀ, ਮੈਨੂੰ ਜਿਉਂਦੇ ਜੀ ਮਾਣ ਸਨਮਾਨ ਚਾਹੀਦਾ। ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਮੈਂ ਨਹੀਂ ਜਾਣਨਾ। ਇਸ ਕਰਕੇ ਹਜ਼ੂਰ ਅੱਜ ਕਿਰਪਾ ਕਰਦੇ ਕਹਿੰਦੇ ਵੀ ਮਨੁੱਖ ਨੇ ਜਿਉਂਦੇ ਜੀ ਹੀ ਮੁਕਤ ਹੋਣਾ ਹੈ। ਉਹ ਮੁਕਤੀ ਕਿਹੜੀ ਹੈ? ਵਹਿਮਾਂ ਭਰਮਾਂ ਪਖੰਡਾਂ ਜਾਦੂ ਟੂਣੇ ਇਹਨਾਂ ਚੋਂ ਮੁਕਤ ਹੋਣਾ ਹੈ। ਮਨੁੱਖ ਨੇ ਮੁਕਤ ਹੋਣਾ ਹੈ
ਗੁਲਾਮੀ ਦੇ ਬੰਧਨਾਂ ਚੋਂ, ਗੁਲਾਮੀ ਦੀਆਂ ਜ਼ੰਜੀਰਾਂ ਚੋਂ, ਪਏ ਹੋਏ ਬੰਧਨਾਂ ਦੇ ਵਿੱਚੋਂ ਜਿਉਂਦੇ ਜੀ ਮੁਕਤ। ਤੇ ਹਜ਼ੂਰ ਕਹਿੰਦੇ ਇਹ ਮੁਕਤੀ ਗੁਰੂ ਤੋਂ ਬਿਨਾ ਨਹੀਂ ਮਿਲਣੀ, ਕਿਉਂਕਿ ਬੰਧਨਾਂ ਦੇ ਵਿੱਚ ਬਹੁਤ ਲੋਕ ਬੱਝੇ ਹੋਏ ਸਨ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਜੋ ਉਹਨਾਂ ਨੂੰ ਮੁਕਤ ਕੀਤਾ। ਆਖਿਆ ਕਿ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਉਠਾਓ, ਤੁਹਾਨੂੰ ਬੰਧਨ ਪੈ ਚੁੱਕੇ ਨੇ, ਮੁਕਤ ਹੋਵੋ ਗੁਲਾਮੀ ਦੀਆਂ ਜ਼ੰਜੀਰਾਂ ਚੋਂ। ਤੇ ਇਹ ਫਿਰ ਹੱਕਾਂ ਦੀ ਪ੍ਰਾਪਤੀ ਦੇ ਵਾਸਤੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਹੱਕਾਂ ਦੀ ਲੜਾਈ ਲੜੀ ਗਈ ਔਰ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਸਮੁੱਚੀ ਮਨੁੱਖਤਾ ਨੂੰ ਹਜ਼ੂਰ ਨੇ ਆਜ਼ਾਦ ਕੀਤਾ, ਮੁਕਤ ਕੀਤਾ। ਕਹਿੰਦੇ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਭਾਵੇਂ ਸਾਰੀ ਸ੍ਰਿਸ਼ਟੀ ਨੂੰ ਤਿੰਨਾਂ ਭਵਨਾਂ ਨੂੰ ਫਿਰਿਆ ਪਰ ਗੁਰੂ ਤੋਂ ਬਿਨਾ ਮੁਕਤ ਨਹੀਂ ਹੋਇਆ ਜਾਣਾ। ਗੁਰਮੁਖ ਪਾਈਐ ਨਾਮ ਹਰੀ, ਤੇ ਗੁਰੂ ਦੀ ਮੱਤ ਤੇ ਚੱਲ ਕੇ ਹੀ ਰੱਬ ਦਾ ਨਾਮ ਪ੍ਰਾਪਤ ਹੁੰਦਾ ਹੈ। ਹਜ਼ੂਰ ਕਿਰਪਾ ਕਰਦੇ ਮਤ ਭੂਲੇ ਰੇ ਮਨ ਚੇਤ ਹਰੀ, ਐ ਮੇਰੇ ਮਨ ਕਿਤੇ ਉਸ ਪਰਿਪੂਰਨ ਪਰਮਾਤਮਾ ਨੂੰ ਨਾ ਭੁੱਲ ਜਾਈਂ, ਉਹਨੂੰ ਚੇਤੇ ਕਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਸੋਦਰ ਬਾਣੀ ਦੇ ਵਿੱਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਦੇ ਵਿੱਚ ਗੱਲ ਕੀਤੀ, ਮਨ ਏਕ ਨਾ ਚੇਤਸ ਮੂੜ ਮਣਾ। ਐ ਮੇਰੇ ਮੂਰਖ ਮਨਾ, ਤੂੰ ਉਸ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ। ਮਨ ਏਕ ਨਾ ਚੇਤਸ ਮੂੜ ਮਨਾ। ਫਿਰ ਕਹਿੰਦੇ ਹਰ ਬਿਸਰਤ, ਜੇ ਰੱਬ ਵਿਸਰ ਗਿਆ, ਤੇਰੇ ਗੁਣ ਗਲਿਆ। ਜਿਹੜੇ ਗੁਣ ਨੇ ਉਹ ਗੁਣ ਵੀ ਨਾਸ਼ ਹੋ ਜਾਣਗੇ ਜੇ ਰੱਬ ਵਿਸਰ ਗਿਆ। ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਵੀ ਨਾਸ਼ ਹੋ ਜਾਣਗੇ। ਇਸ ਕਰਕੇ ਤਿਤ ਸਰਵਰੜ ਹੈ। ਇਸ ਸਰੋਵਰ ਸੰਸਾਰ ਸਮੁੰਦਰ ਦੇ ਵਿੱਚ ਭਈ ਲੈ ਨਿਵਾਸਾ, ਇੱਥੇ ਜੀਵ ਦਾ ਨਿਵਾਸ ਹੈ। ਇਸ ਸੰਸਾਰ ਸਮੁੰਦਰ ਵਿੱਚ ਪਾਣੀ ਪਾਵਕ, ਪਾਵਕ ਦਾ ਅਰਥ ਹੈ ਅੱਗ। ਹੁਣ ਇਸ ਸੰਸਾਰ ਦੇ ਵਿੱਚ ਪਦਾਰਥ ਨੇ ਤੇ ਪਦਾਰਥਵਾਦੀ ਮਾਹੌਲ ਦੇ ਵਿੱਚ ਤ੍ਰਿਸ਼ਨਾ ਰੂਪੀ ਅੱਗ ਲੱਗੀ ਹੋਈ ਹੈ। ਤ੍ਰਿਸ਼ਨਾ ਰੂਪੀ ਅੱਗ ਦਾ ਪਾਣੀ ਇਸ ਸੰਸਾਰ ਸਮੁੰਦਰ ਵਿੱਚ, ਪਾਣੀ ਪਾਵਕ ਤਿਨੈ ਕੀਆ। ਫਿਰ ਹਜ਼ੂਰ ਕਹਿੰਦੇ ਪੰਕਜ ਮੋਹ, ਮੋਹ ਦਾ ਚਿੱਕੜ ਹੈ ਸੰਸਾਰ ਵਿੱਚ। ਇਸ ਸੰਸਾਰ ਸਮੁੰਦਰ ਵਿੱਚ ਤ੍ਰਿਸ਼ਨਾ ਦੀ ਅੱਗ ਰੂਪੀ ਪਾਣੀ ਹੈ। ਕਹਿੰਦੇ ਪੰਕਜ ਮੋਹ, ਜਿਹੜਾ ਚਿੱਕੜ ਹੈ ਉਹ ਮੋਹ ਰੂਪੀ ਚਿੱਕੜ ਹੈ, ਪੱਗ ਨਹੀਂ ਚੱਲਦਾ। ਹੁਣ ਬੰਦਾ ਅਗਾਂ ਚੱਲ ਨਹੀਂ ਸਕਦਾ। ਪਰਿਵਾਰ ਦਾ ਮੋਹ, ਧੀਆਂ ਪੁੱਤਰਾਂ ਦਾ ਮੋਹ, ਪਦਾਰਥਾਂ ਦਾ ਮੋਹ, ਜ਼ਮੀਨ ਜਾਇਦਾਦ ਦਾ ਮੋਹ, ਹਰੇਕ ਪ੍ਰਕਾਰ ਦਾ ਮੋਹ। ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਦੇਖਿਆ ਇਸ ਸੰਸਾਰ ਦੇ ਵਿੱਚ ਲੋਕ ਡੁੱਬਦੇ ਹੋਏ, ਹਮ ਦੇਖਾ ਤਹਿ ਡੂਬੀ ਅਲੇ। ਫਿਰ ਕਹਿੰਦੇ ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਫਿਰ ਕਹਿੰਦੇ ਨਾ ਹਉ ਜਤੀ ਸਤੀ ਨਹੀਂ ਪੜਿਆ। ਨਾ ਮੈਂ ਕਿਸੇ ਜਤੀ ਨੂੰ ਨਾ ਸਤੀ ਨੂੰ ਪੜਿਆ, ਪਰ ਮੂਰਖ ਮੁਗਦਾ ਜਨਮ ਭਇਆ। ਇਹ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ, ਇਹ ਜਿਹੜਾ
ਪੰਜ ਭੂਤਕ ਸਰੀਰ ਮਿਲਿਆ ਹੈ, ਇਹ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ। ਮੈਂ ਬੇਨਤੀ ਕਰਦਾ ਮਾਲਕ ਅੱਗੇ ਵੀ ਮੈਨੂੰ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਰੱਖ ਜਿਨ ਤੂੰ ਨਾਹੀਂ ਵਿਸਰਿਆ, ਜਿਨ੍ਹਾਂ ਦੇ ਮਨਾਂ ਹਿਰਦਿਆਂ ਚੋਂ ਤੂੰ ਨਹੀਂ ਵਿਸਰਿਆ। ਇਸ ਕਰਕੇ ਹੇ ਮੇਰੇ ਮਨ, ਤੂੰ ਉਸ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰ, ਉਹਨੂੰ ਚੇਤੇ ਕਰ, ਤੇ ਗੁਰੂ ਤੋਂ ਬਿਨਾ ਮੁਕਤ ਨਹੀਂ ਹੋਇਆ ਜਾਣਾ, ਔਰ ਗੁਰੂ ਦੀ ਮੱਤ ਤੇ ਚੱਲ ਕੇ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋਣਾ ਹੈ। ਫਿਰ ਹਜ਼ੂਰ ਨੇ ਅਰਬਤਾ ਕੀਤੀ ਹੈ ਸ਼ਬਦ ਦੀ ਬਸੰਤ ਹਿੰਡੋਲ। ਬਸੰਤ ਰਾਗ ਦਾ ਨਾਮ ਹੈ, ਔਰ ਹਿੰਡੋਲ ਇਹ ਵੀ ਰਾਗ ਦੀ ਕਿਸਮ ਹੈ। ਇਹ ਮਿਸ਼ਰਤ ਰਾਗ ਹੈ। ਮਿਸ਼ਰਤ ਰਾਗ ਦਾ ਭਾਵ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰਾਗ ਦੇ ਨਾਲ ਸ਼ਬਦ ਵਰਤਿਆ ਗਿਆ, ਰਾਗ ਗੌੜੀ ਗੁਵਾਰੇ ਦੀ, ਜਿਵੇਂ ਗੌੜੀ ਭੀ ਸੋਰਠ ਭੀ, ਇਹ ਮਿਸ਼ਰਤ ਰਾਗ ਨੇ ਵੀ ਇਹਨਾਂ ਦੋਵਾਂ ਰਾਗਾਂ ਦੇ ਵਿੱਚ ਇਸ ਸ਼ਬਦ ਨੂੰ ਗਾਇਆ ਜਾ ਸਕਦਾ ਹੈ। ਮਿਸ਼ਰਤ ਰਾਗ। ਬਸੰਤ ਹਿੰਡੋਲ ਮਹਿਲਾ ਪਹਿਲਾ, ਇਹ ਪਹਿਲੇ ਪਾਤਸ਼ਾਹ ਦਾ ਪਾਵਨ ਬਚਨ। ਹਜ਼ੂਰ ਕਹਿੰਦੇ, ਸਾਚਾ ਸ਼ਾਹ ਗੁਰੂ ਸੁਖ ਦਾਤਾ। ਸੱਚਾ ਸ਼ਾਹ ਜਾਂ ਸ਼ਾਹੂਕਾਰ ਉਹ ਕੇਵਲ ਗੁਰੂ ਹੈ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ। ਸਾਚਾ ਸ਼ਾਹ ਗੁਰੂ ਸੁਖ ਦਾਤਾ, ਹਰ ਮੇਲੇ ਭੁੱਖ ਗਵਾਏ। ਕਹਿੰਦੇ ਗੁਰੂ ਸ਼ਾਹੂਕਾਰ ਹੈ ਤੇ ਗੁਰੂ ਆਪ ਕਿਰਪਾ ਕਰਕੇ ਇਹ ਰੱਬ ਨੂੰ ਮਿਲਾ ਦਿੰਦਾ ਹੈ। ਜਦੋਂ ਰੱਬ ਮਿਲ ਪਏ ਤੇ ਉਦੋਂ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੂਰ ਹੋ ਜਾਂਦੀ ਹੈ। ਸਾਚਾ ਸ਼ਾਹ ਗੁਰੂ ਸੁਖ ਦਾਤਾ। ਗੁਰੂ ਸੱਚਾ ਸ਼ਾਹੂਕਾਰ ਹੈ, ਸਾਰੇ ਸੁੱਖਾਂ ਦਾ ਦਾਤਾ ਹੈ, ਪਰ ਗੁਰੂ ਹੀ ਕਿਰਪਾ ਕਰਦਾ ਹੈ ਹਰ ਮੇਲੇ ਭੁੱਖ ਗਵਾਏ। ਗੁਰੂ ਕਿਰਪਾ ਕਰਕੇ ਹਰੀ ਪਰਮਾਤਮਾ ਨੂੰ ਮਿਲਾਉਂਦਾ ਹੈ। ਰੱਬ ਦੇ ਨਾਲ ਜਿਹੜਾ ਮਿਲਾਪ ਉਹ ਗੁਰੂ ਨੇ ਕਰਾਉਣਾ ਹੈ, ਸ਼ਬਦ ਨੇ ਕਰਾਉਣਾ ਹੈ, ਗਿਆਨ ਨੇ ਕਰਾਉਣਾ ਹੈ, ਕਿਸੇ ਦੇਹ ਨੇ ਨਹੀਂ। ਕਿਸੇ ਸਰੀਰ ਨੇ ਰੱਬ ਦੇ ਨਾਲ ਮਿਲਾਪ ਨਹੀਂ ਕਰਾਉਣਾ, ਗੁਰੂ ਨੇ। ਤਾਂ ਹੀ ਸਤਿਗੁਰੂ ਨੇ ਬਾਣੀ ਦੇ ਵਿੱਚ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ ਵੀ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਉੱਥੇ ਮਿੱਤਰ ਵਿਚੋਲਾ ਜਿਹੜਾ ਸ਼ਬਦ ਉਹ ਗੁਰੂ ਵਾਸਤੇ ਵਰਤਿਆ ਗਿਆ ਹੈ। ਹਜ਼ੂਰ ਕਿਰਪਾ ਕਰਦੇ, ਸਾਚਾ ਸ਼ਾਹ ਗੁਰੂ ਸੁਖ ਦਾਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਚਨ 1426 ਅੰਗ ਤੇ ਵਰਤੇ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ।